दैनिक सवेरा देख रहे हो ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ 7 ਦਿਨ ਹੋ ਚੱਲੇ ਨੇ ਰੂਸ ਅਤੇ ਯੂਕਰੇਨ ਦੇ ਵਿੱਚ ਜਿਹੜਾ ਕਿ ਮਹਾਯੁੱਧ ਹੈ ਉਹ ਛਿੜਿਆ ਹੋਇਆ 7ਵੇਂ ਦਿਨ ਦੇ ਵਿੱਚ ਅੱਜ ਦਾਖਲ ਹੋ ਚੁੱਕਿਆ ਹੈ। ਤਾਂ ਜਿਹੜੇ ਪੰਜਾਬ ਦੇ ਜਾकर ਭਾਰਤ ਦੇ ਜਿਹੜੇ ਕਿ ਬੱਚੇ ਉੱਥੇ ਪੜ੍ਹਨ ਵਾਸਤੇ ਗਏ ਹੋਏ ਨੇ ਮੈਡੀਕਲ ਸਿੱਖਿਆ ਵਾਸਤੇ ਗਏ ਹੋਏ ਨੇ ਤਾਂ ਉਹਨਾਂ ਦੇ ਪਰਿਵਾਰਕ ਦੇ ਵਿੱਚ ਵੀ ਜਿਹੜਾ ਕਿ ਸਹਿਮ ਦਾ ਮਾਹੌਲ ਹੈ ਉਹ ਦੇਖਣ ਨੂੰ ਮਿਲਦਾ। ਲਗਾਤਾਰ ਤੁਹਾਨੂੰ दैनिक सवेरा ਅਸੀਂ ਅਪਡੇਟ ਦੇ ਰਹੇ ਹਾਂ ਯੂਕਰੇਨ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਕਿ ਹਾਲਾਤ ਨੇ। ਹੁਣ ਵੀ ਜੇਕਰ ਗੱਲ ਕੀਤੀ ਜਾਵੇ ਤਾਂ MEA ਵੱਲੋਂ दूसरी जी एडवाइजरी जारी की गई है तो कहा गया साफ तौर पर कि खारकीव में जोड़ा कि जल्द तो जल्द जोड़ा कि खाली कर दिता जाए, चाहे वह बाय कार जाओ या बाय बस या फिर चाहे हो सकता पैदल निकलना पवे तो पैदल निकलो। खारकीव के नेड़े 3 शहर पैंदे ने जो 12, 16 और 18 किलोमीटर की दूरी पर ने तो उन्होंने उत्थे जाने के लिए कहा गया है। सो लुधियाना के एक फैमिली नाल गलबात करांगे, उन्होंने दी बेटी जी 2019 के यूक्रेन के मैडिकल सिक्ख्या लैण वास्ते गए हुए हैं, गलबात कर लें। सर की नाम है तुहाडा? सुरेश अग्निहोत्री जी। ਕਿ ਬੇਟੀ ਤੁਹਾਡੀ 2019 ਦੇ ਉੱਥੇ ਗਈ ਹੋਈ ਹੈ। ਹੁਣ ਫਸਟ ਟਾਈਮ ਕਦੋਂ ਕੋਲ ਆਉਂਦੀ ਹੈ ਜਦੋਂ ਪਤਾ ਲੱਗਦਾ ਕਿ ਵਾਰ ਸ਼ੁਰੂ ਹੋ ਗਈ, ਜਦੋਂ ਸ਼ੁਰੂ ਹੋ ਗਿਆ ਤਾਂ ਕੀ ਉਸ ਸਮੇਂ ਮਾਹੌਲ ਸੀਗਾ ਉੱਥੇ? ਐਕਚੁਅਲੀ ਉਹ ਬੜੇ ਖੁਸ਼ ਸੀਗੇ, ਠੀਕ ਸੀਗੇ, ਥੋੜ੍ਹੇ ਬਹੁਤ ਟੈਂਸ ਸੀਗੇ ਕਿ ਥੋੜ੍ਹਾ ਮਾਹੌਲ ਮੂਲ ਦੀ ਖਬਰ ਆ ਰਹੀ ਹੈ ਕਿ ਰਸ਼ੀਆ ਨਾਲ ਕੁਝ ਹੋ ਸਕਦਾ, ਪਰ ਉਹਨੂੰ ਔਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਉਹ ਹਮਲਾ ਕਰ ਦੇਗਾ। ਉਹਨਾਂ ਨੂੰ ਐ ਸੀ ਕਿ ਕੋਈ ਸਮਝੌਤਾ ਹੋ ਜਾਏਗਾ, ਕੁਝ ਥੋੜ੍ਹਾ ਬਹੁਤ ਚੱਲਦਾ ਰਹਿੰਦਾ ਇਹਨਾਂ ਦੇ ਵਿੱਚ। ਪਰ ਜਿਸ ਦਿਨ ਉਹਨਾਂ ਨੇ ਸਵੇਰੇ ਅਟੈਕ ਕੀਤਾ ਤਾਂ ਬੇਟੀ ਮੇਰੀ ਉਸ ਟਾਈਮ ਸੋ ਰਹੀ ਸੀ, ਤਾਂ ਜਿੱਦਾਂ ਹੀ ਜਹਾਜ਼ਾਂ ਦੀ ਗੜਗੜਾਹਟ ਹੋਈ ਤਾਂ ਉਹਦੇ ਸਾਹਮਣੇ ਗਰਾਊਂਡ ਹੈ, ਉਹਦੇ ਵਿੱਚ ਇੱਕ ਬੰਬ ਵਿਸਫੋਟ ਹੋਇਆ, ਬੜਾ ਜ਼ਬਰਦਸਤ ਉਹਦਾ ਧਮਾਕਾ ਹੋਇਆ। ਤਾਂ ਉਹ ਧਮਾਕੇ ਦੇ ਨਾਲ ਉਹ ਸੁੱਤੀ ਉੱਠੀ, ਤਾਂ ਉੱਠ ਕੇ ਉਹਨੇ ਇਮੀਡੀਏਟਲੀ ਜਿਹੜਾ ਹੈਗਾ ਉਹਨਾਂ ਨੇ ਮੈਨੂੰ ਕਾਲ ਕੀਤਾ ਕਿ ਡੈਡੀ ਇੱਥੇ ਤਾਂ ਧਮਾਕੇ ਹੋ ਗਏ ਨੇ, ਤਾਂ ਹੁਣ ਕੀ ਕਰੀਏ? ਮੈਂ ਕਿਹਾ ਵੀ ਹੁਣ ਤਾਂ ਕੁਝ ਨਹੀਂ ਕਰ ਸਕਦੇ ਕਿਉਂਕਿ 에ਅਰ ਸਪੇਸ ਜਿਹੜਾ ਇੱਕ ਦਿਨ ਪਹਿਲਾਂ ਉਹਨਾਂ ਨੇ ਬੰਦ ਕਰਤਾ ਸੀਗਾ। ਮੈਂ ਜਦ ਕਿ ਉਹਦੀ 25 ਤਰੀਕ ਦੀ ਮਾਹੌਲ ਖ਼ਰਾਬ ਹੋਣ ਤੋਂ ਕਾਰਨ ਮੈਂ ਪਹਿਲੀ ਟਿਕਟ ਉਹਦੀ ਕਰਾਈ ਹੋਈ ਸੀ 에ਅਰ ਅਰਬੀਆ ਦੀ, ਲੇਕਿਨ ਉਹ ਹਮਲਾ ਪਹਿਲਾਂ ਹੋ ਗਿਆ, ਉਹ ਟਿਕਟ ਤਾਂ 에ਅਰ ਸਪੇਸ ਬੰਦ ਸੀ। ਤਾਂ ਉਹ ਬਹੁਤ ਜ਼ਿਆਦਾ ਘਬਰਾ ਗਈ, ਰੋਣ ਲੱਗ ਗਈ। ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਘਬਰਾਉਣ ਦੀ ਜ਼ਰੂਰਤ ਨਹੀਂ ਬੇਟਾ, ਤੂੰ ਚਿੰਤਾ ਨਾ ਕਰ, ਫੇਸ ਦਾ ਮਿਊਜ਼ਿਕ ਕੁਛ ਨਹੀਂ ਹੁੰਦਾ, ਤਾਂ ਅੱਜ ਦੇਖਾਂਗੇ। ਲੇਕਿਨ ਫਿਰ ਮੈਂ ਇਮੀਡੀਏਟਲੀ ਉਹਨੂੰ ਕਿਹਾ ਕਿ ਉਹ ਕੀਵ ਮੈਡੀਕਲ ਯੂਨੀਵਰਸਿਟੀ ਹੈ ਕੀਵ ਦੇ ਵਿੱਚ, ਉੱਥੇ ਪੜ੍ਹਦੀ ਹੈ, 3rd ਈਅਰ ਦੀ ਜਿਹੜੀ ਹੈ 6th ਸਮੈਸਟਰ ਦੀ ਸਟੂਡੈਂਟ ਹੈ। ਤਾਂ ਮੈਂ ਉਹਨੂੰ ਕਿਹਾ ਕਿ ਤੂੰ ਹੋਸਟਲ ਸ਼ਿਫਟ ਹੋ ਜਾ ਕਿਉਂਕਿ ਉੱਥੇ 150 ਬੱਚਾ ਹੋਰ ਹੈਗਾ। ਤਾਂ ਇਮੀਡੀਏਟਲੀ ਹੋਸਟਲ ਚਲੀ ਗਈ, ਉਹਨੇ ਆਪਣਾ ਸਮਾਨ ਚੱਕਿਆ ਸਾਰਾ ਉੱਥੇ ਛੱਡਤਾ, ਸਿਰਫ ਇੱਕ ਟਰਾਲੀ ਲੈ ਕੇ ਹੋਸਟਲ ਚਲੀ ਗਈ। ਤਾਂ ਹੋਸਟਲ 'ਤੇ ਜਾਣ ਤੋਂ ਬਾਅਦ ਹਾਲਾਤ ਹੋਰ ਵੀ ਖ਼ਰਾਬ ਹੋ ਗਏ। ਉਹ ਉੱਥੇ ਲਗਾਤਾਰ 5-6 ਦਿਨ ਤੋਂ ਬੰਕਰ ਦੇ ਵਿੱਚ 150 ਬੱਚੇ ਸੀ, ਇੱਕ ਛੋਟੇ ਜਿਹੇ ਬੰਕਰ ਦੇ ਵਿੱਚ ਛੁਪੇ ਹੋਏ ਸੀ। ਤਾਂ ਉਹਨੂੰ ਰਾਸ਼ਨ ਵੀ ਜਿਹੜੀ ਹੈ ਉਸ ਚੀਜ਼ ਦੀ ਵੀ ਦਿਨ ਪਰ ਦਿਨ ਕਮੀ ਆ ਰਹੀ ਸੀ। ਤਾਂ ਕੱਲ੍ਹ ਮੈਨੂੰ ਉਹਨਾਂ ਫੋਨ ਆਇਆ ਕਿ ਡੈਡੀ ਅੰਬੈਸੀ ਵੱਲੋਂ ਐਡਵਾਈਜ਼ਰੀ ਜਾਰੀ ਹੋਈ ਹੈ ਕਿ ਤੁਸੀਂ ਜਿਹੜਾ ਹੈਗਾ ਇਮੀਡੀਏਟਲੀ ਕੀਵ ਨੂੰ ਛੱਡ ਦਿਓ। ਵੀ ਹੁਣ ਅਸੀਂ ਜਾਈਏ ਕਿਵੇਂ? ਛੱਡਣ ਨੂੰ ਕਿਹਾ। ਮੈਂ ਕਿਹਾ ਤੂੰ ਜਿਸ ਤਰ੍ਹਾਂ ਮਰਜ਼ੀ ਹੋਵੇ ਤੂੰ ਪੈਦਲ ਚੱਲੋ। ਕਹਿੰਦੀ ਰੇਲਵੇ ਸਟੇਸ਼ਨ ਜਿਹੜਾ ਉੱਥੋਂ 9 ਕਿਲੋਮੀਟਰ ਦੇ ਤਕਰੀਬ 'ਤੇ ਹੈਗਾ। ਤਾਂ ਉਹਨਾਂ ਨੂੰ ਮੈਂ ਕਿਹਾ ਤੂੰ ਉੱਥੋਂ ਲਈ ਚੱਲੋ। ਪਰ ਜਦੋਂ ਸਾਰੇ ਬੱਚਿਆਂ ਨੇ ਇੱਕ ਪਿੱਠੂ ਬੈਗ ਸਿਰਫ ਰੱਖ ਕੇ ਡਾਕੂਮੈਂਟਸ ਉਹ ਡਾਕੂਮੈਂਟ ਸੀਗੇ, ਕੋਈ ਉਹਦੇ ਕੋਲ ਖਾਣਾ ਨਹੀਂ, ਕੋਈ ਉਹਦੇ ਕੋਲ ਕੁਛ ਨਹੀਂ, ਉਹ ਪੈਦਲ ਚੱਲੀ ਹੈ। ਤਾਂ ਸਾਰੇ ਬੱਚੇ 150 ਬੱਚੇ ਜਿਹੜੇ ਹੈ ਉਹ ਇਕੱਠੇ ਨਹੀਂ ਜਾ ਸਕਦੇ ਸੀ। ਉਹਨਾਂ ਨੇ ਸਲਾਹ ਬਣਾਈ ਕਿ 5-5 ਦੇ ਗਰੁੱਪ 'ਚ ਐਵਰੀ 5 ਮਿੰਟ 'ਤੇ ਬੱਚੇ ਛੱਡਦੇ ਜਾਵਾਂਗੇ, ਔਰ ਅੱਗੇ ਜੇ ਉਹਨੂੰ ਕੋਈ ਤੰਗ ਕਰਦਾ ਤਾਂ ਉਹ ਪਿਛਲੇ ਬੱਚੇ ਨੂੰ ਹੱਥ ਹਿਲਾ ਕੇ ਸਾਈਨ ਕਰਨਗੇ ਤਾਂ ਜੋ ਉਹ ਪਿਛਲੇ ਬੱਚੇ ਜਿਹੜੇ ਉੱਥੇ ਛੁਪ ਜਾਣ, ਤਾਂ ਜੋ ਕੋਈ ਹਮਲਾ ਨਾ ਹੋਵੇ। ਕਿਉਂਕਿ ਉੱਥੇ ਜਿਹੜੇ ਯੂਕਰੇਨੀਅਨ ਹੈ ਉਹ ਜ਼ਿਆਦਾ ਅਸੀਂ UNO ਦੇ ਵਿੱਚ ਵੋਟ ਜਿਹੜੀ ਉਹਨਾਂ ਦੀ ਫੇਵਰ 'ਚ ਨਹੀਂ ਪਾਈ, ਉਹ ਵੀ ਬਹੁਤ ਅਗੇਂਸਟ ਨੇ ਇੰਡੀਆ ਦੇ, ਉਹ ਉਹਨਾਂ ਨਾਲ ਬਹੁਤ ਅੱਛਾ ਵਿਵਹਾਰ ਨਹੀਂ ਕਰਦੇ ਪਏ। ਤਾਂ ਉਹ ਤੋਂ ਚਲਦੀ ਸਟੇਸ਼ਨ 'ਤੇ ਪਹੁੰਚ ਗਈ। ਉੱਥੇ ਗਈ ਹੈ ਤਾਂ ਕੋਈ 3 ਘੰਟੇ ਸਟੇਸ਼ਨ 'ਤੇ ਖੜ੍ਹੀ ਰਹੀ, ਕੋਈ ਟ੍ਰੇਨ ਨਹੀਂ ਆਈ। ਤਾਂ ਫਿਰ ਉਹਦਾ ਫ਼ੋਨ ਆਇਆ ਮੈਨੂੰ ਫਿਰ ਤੋਂ ਕਿ ਡੈਡੀ ਉੱਥੇ ਉੱਪਰ ਤਾਂ ਬਹੁਤ ਜਹਾਜ਼ ਜਿਹੜੇ ਆ ਬੰਬਾਰਡਮੈਂਟ ਹੋ ਰਹੀ ਹੈ, 에ਅਰ ਸਾਇਰਨ ਵੱਜ ਰਹੇ ਨੇ, ਤਾਂ ਇਹ ਕਰ ਰਹੇ ਨੇ ਕਿ ਅਸੀਂ ਤਾਂ ਓਪਨ 'ਚ ਖੜ੍ਹੇ ਹਾਂ, ਪਹਿਲਾਂ ਤਾਂ ਬੰਕਰ 'ਚ ਸੀਗੇ। ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟਾ ਇਹ ਜਿਹੜੀ ਹੈ ਆਖਰੀ ਘੜੀ ਹੈ, ਤੁਸੀਂ ਇਹਨੂੰ ਜਿਹੜਾ ਹੈਗਾ ਮੌਕਾ ਖੁੰਝ ਨਾ ਜਾਈ, ਹੋ ਸਕਦਾ ਇਹ ਤੋਂ ਬਾਅਦ ਟ੍ਰੇਨ ਜਾਵੇ ਜਾਂ ਨਾ ਜਾਵੇ, ਤੂੰ ਇੱਥੇ ਖੜ੍ਹੀ ਰਹਿ। ਉਹ ਖੜ੍ਹੀ ਰਹੀ। ਇਨ ਬਿਟਵੀਨ ਜਿਹੜਾ ਉਹਨਾਂ ਨੇ ਟਿਕਟ ਵੀ ਨਹੀਂ ਦਿੱਤੀ ਉਹਨਾਂ ਨੂੰ ਆਪਣਾ ਸਟੇਸ਼ਨ ਵਾਲਿਆਂ ਨੇ ਕਿ ਟ੍ਰੇਨ ਆਲਰੇਡੀ ਫੁੱਲ ਹੈ। ਤਾਂ ਲੇਕਿਨ ਜਦੋਂ ਟ੍ਰੇਨ ਆ ਕੇ ਆਲਰੇਡੀ ਜਿਹੜੀਆਂ ਟਿਕਟਾਂ ਕੱਟੀਆਂ ਗਈਆਂ, ਉਹ ਮੈਨੂੰ ਕਹਿੰਦੀ ਟਿਕਟਾਂ ਕੱਟੀਆਂ ਗਈਆਂ। ਮੈਂ ਕਿਹਾ ਕੋਈ ਨਹੀਂ, ਟਿਕਟਾਂ ਕੱਟੀਆਂ ਗਈਆਂ, ਤੂੰ ਜਿਹੜੀ ਟ੍ਰੇਨ ਆ ਗਈ ਉਹਦੇ ਵਿੱਚ ਵੜ ਜਾਵੀਂ। ਤਾਂ ਜਿੱਥੇ ਥੱਲੇ ਬੈਠਣ ਨੂੰ ਮਿਲੇ, ਬਾਥਰੂਮ 'ਚ ਮਿਲੇ ਜਗ੍ਹਾ ਜਿੱਥੇ ਮਿਲਦੀ ਹੈ ਘੁਸ ਜਾਈਂ। ਤਾਂ ਜੇ ਤੈਨੂੰ ਫਾਈਨ ਹੋਏਗਾ ਅੱਗੇ ਜਾ ਕੇ ਤਾਂ ਕੋਈ ਗੱਲ ਨਹੀਂ, ਆਪਾਂ ਫਾਈਨ ਭਰ ਦਾਂਗੇ, ਕਿਉਂਕਿ ਉਹਦੇ ਕੋਲ ਮੈਂ ਪੈਸੇ ਇੱਥੋਂ ਦਿੱਤੇ ਹੋਏ ਸੀ। ਤਾਂ ਉਹ ਉਹਦੇ ਵਿੱਚ ਬੈਠ ਗਈ। ਬੈਠਣ ਤੋਂ ਬਾਅਦ ਵੀ ਰਸਤੇ ਦੇ ਵਿੱਚ ਵੀ ਉਹਨਾਂ ਨੂੰ ਜਗ੍ਹਾ ਜਿਹੜੇ ਹੈ ਕੋਈ ਬਿਲਡਿੰਗਾਂ ਟੁੱਟੀਆਂ ਹੋਈਆਂ, ਪੁਲ ਟੁੱਟੇ ਹੋਏ, ਸੜਕ ਟੁੱਟੀ ਹੋਈ, ਉਹ ਟ੍ਰੇਨ ਦੇ ਵਿੱਚੋਂ ਦਿਖਾਈ ਦਿੰਦੇ ਰਹੇ। ਉਹ ਉੱਥੇ ਲਵੀਵ ਪਹੁੰਚ ਗਈ ਵੈਸਟਰਨ, ਉਹਦੇ 'ਤੇ 12 ਘੰਟੇ ਦਾ ਸਫ਼ਰ ਕਰਕੇ। ਉਹ ਤੋਂ ਬਾਅਦ ਉੱਥੇ ਜਾ ਕੇ ਕਹਿੰਦੇ ਸੀ ਕਿ ਅੰਬੈਸੀ ਦੀ ਗੱਡੀ ਮਿਲੂਗੀ, ਬੱਸਾਂ ਮਿਲਣਗੀਆਂ, ਉੱਥੋਂ ਕੋਈ ਨਹੀਂ ਮਿਲਿਆ। ਤਾਂ ਫਿਰ ਉਹ ਉੱਥੋਂ ਉਜ਼ਗਰੋਡ ਇੱਕ ਜਗ੍ਹਾ ਉੱਥੇ ਲਈ ਫਿਰ ਟ੍ਰੇਨ ਪਕੜੀ ਉਹਨੇ, ਉੱਥੋਂ ਟ੍ਰੇਨ ਪਕੜ ਕੇ ਉਜ਼ਗਰੋਡ ਚਲੀ ਗਈ। ਉੱਥੇ ਜਾ ਕੇ ਉਹ ਤੋਂ ਇੱਕ ਅੱਗੇ ਜਾ ਕੇ ਫਿਰ ਇੱਕ ਟ੍ਰੇਨ ਬਾਰਡਰ ਹੈ ਉਹਦੇ ਔਰ ਹੰਗਰੀ ਦੇ ਵਿਚਕਾਰ, ਤਾਂ ਉਹਦੇ ਵਿੱਚ ਉੱਥੇ ਚਲੀ ਗਈ। ਉੱਥੇ ਜਾ ਕੇ ਉਹਨੂੰ ਜਿਹੜਾ ਇਮੀਗ੍ਰੇਸ਼ਨ ਹੋਈ, ਪਰਲੀ ਸਾਈਡ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਸੀ, ਪਰ ਉਹਨਾਂ ਦੇ ਵਿੱਚੋਂ ਕੋਈ ਇੱਕ
ਹੰਗਰੀ ਦਾ ਜਿਹੜਾ ਇਮੀਗ੍ਰੇਸ਼ਨ ਵਾਲਾ ਬੰਦਾ ਸੀ ਉਹਨੂੰ ਥੋੜ੍ਹੀ ਦਇਆ ਆ ਗਈ। ਉਹ ਕਹਿੰਦਾ ਜੀ ਕੁੜੀਆਂ ਨੂੰ 4-4 ਘੰਟੇ ਹੋ ਗਏ ਲੱਗੀਆਂ ਨੂੰ ਲਾਈਨ 'ਚ, ਵੀ ਇਹਨਾਂ ਨੂੰ ਪਹਿਲਾਂ ਕੱਢ ਦਿਓ। ਉਹਨੇ ਕੀ ਕੀਤਾ, ਉਹਨਾਂ ਨੂੰ ਪਹਿਲਾਂ ਕੱਢ ਕੇ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਵਿਜ਼ਟਰ ਵੀਜ਼ਾ ਦੇ ਦਿੱਤਾ, ਦੇ ਕੇ ਲੰਘਾਤਾ। ਤਾਂ ਉਹ ਅੱਗੇ ਜਾ ਕੇ ਖੜ੍ਹੇ ਰਹੇ। ਤਾਂ ਜੇ ਉਹ ਤੋਂ ਬਾਅਦ ਉਹ ਵੇਟ ਕਰਦੀ ਸੀ ਕਿ ਆਖਰੀ ਸਟੂਡੈਂਟ ਜਿਹੜੇ ਮੁੰਡੇ ਨਾਲ ਦੇ ਆ ਜਾਣ, ਲੇਕਿਨ ਉਹਨੂੰ 6 ਘੰਟੇ ਹੋ ਗਏ ਲਾਈਨ 'ਚ ਲੱਗੇ ਨੂੰ। ਉਹ ਜਦੋਂ ਨਹੀਂ ਆਏ ਤਾਂ ਬੱਸ ਵਾਲਾ ਐਮਬੈਸੀ ਵਾਲਾ ਕਹਿੰਦਾ ਕਿ ਮੈਂ ਤਾਂ ਬੱਸ ਭਰ ਗਈ, ਲੈ ਕੇ ਜਾਣੀ ਹੈ, ਉਹ ਦੂਜੀ 'ਚ ਆ ਜਾਣਗੇ। ਤਾਂ ਉੱਥੇ ਹੰਗਰੀ ਜਾ ਕੇ ਉਹ ਅੱਜ ਸਵੇਰੇ 7 ਵਜੇ ਦੇ ਕਰੀਬ ਉਹਦਾ ਲਾਸਟ ਫੋਨ ਆਇਆ ਮੈਨੂੰ ਕਿ ਜਿਹੜਾ ਹੈਗਾ ਅਸੀਂ ਹੰਗਰੀ ਪਹੁੰਚ ਗਏ ਨੇ, ਮੇਰੇ ਕੋਲ ਮੋਬਾਈਲ ਡਾਟਾ ਹੈ ਜਿਹੜਾ ਹੈਗਾ ਉਹ ਘੱਟ ਹੈ, ਮੈਂ ਤੁਹਾਨੂੰ ਦੁਬਾਰਾ ਕਾਲ ਕਰਾਂਗੀ, ਫ਼ੋਨ ਖ਼ਤਮ ਹੈ। ਤਾਂ ਉੱਥੇ ਜਾ ਕੇ ਉਹਨਾਂ ਦਾ ਤਾਂ ਯੂਕਰੇਨ ਦੇ ਵਿੱਚ ਜਿਹੜੀ ਭਾਰਤੀ ਐਮਬੈਸੀ ਦਾ ਕੋਈ ਯੋਗਦਾਨ ਉਹਨਾਂ ਦੀ ਮਦਦ ਲਈ ਨਹੀਂ ਆਇਆ। ਬਟ ਜਦੋਂ ਹੰਗਰੀ ਬਾਰਡਰ ਕ੍ਰਾਸ ਕੀਤੇ ਤਾਂ ਉੱਥੇ ਭਾਰਤੀ ਐਮਬੈਸੀ ਨੇ ਉਹਨਾਂ ਨੂੰ ਜਿਹੜਾ ਰਿਸੀਵ ਕੀਤਾ ਅਤੇ ਉਹਦੇ ਲੈ ਕੇ ਆਏ। ਮੈਂ ਜਿਹੜੀ ਭਾਰਤ ਸਰਕਾਰ ਹੈ ਉਹਦਾ ਜਿਹੜਾ ਹੰਗਰੀ ਦੇ ਵਿੱਚ ਸਪੋਰਟ ਮਿਲੀ ਹੈ ਮੋਦੀ ਸਰਕਾਰ ਦੀ, ਉਹਨਾਂ ਦਾ ਧੰਨਵਾਦ ਕਰਦਾ। ਅਤੇ ਮੈਂ ਨਾਲ ਇਹ ਕਹਾਂਗਾ ਕਿ ਜਿਹੜੇ ਬੱਚੇ ਹੋਰ ਬਹੁਤ ਉੱਥੇ ਫਸੇ ਹੋਏ ਹੈ, ਮਰ ਰਹੇ ਹੈ, 10 ਬੰਦਿਆਂ ਦੇ ਬੰਕਰ ਦੇ ਵਿੱਚ 150 ਬੱਚੇ ਛੁਪੇ ਹੋਏ 6-6 ਦਿਨ ਤੋਂ, ਉਹਨਾਂ ਦੇ ਗੋਡੇ ਦਰਦ ਕਰਨ ਲੱਗੇ, ਖਾਣ ਨੂੰ ਕੁਝ ਹੈ ਨਹੀਂ। ਤਾਂ ਯੂਕਰੇਨ ਦੇ ਵਿੱਚ ਵੀ ਮਦਦ ਕੀਤੀ ਜਾਵੇ। ਇੱਕ ਮੇਰਾ ਹੋਰ ਦੋਸਤ ਹੈ ਡਾਕਟਰ ਆਪਣਾ ਪ੍ਰਦੀਪ ਹੈ ਜੀ, ਤਾਂ ਉਹਨਾਂ ਦੀ ਬੇਟੀ ਖਾੜਕਿਓ ਮੈਡੀਕਲ ਯੂਨੀਵਰਸਿਟੀ 'ਚ ਹੈ। ਤਾਂ ਉੱਥੇ ਜਿਹੜਾ ਹੈਗਾ ਬਹੁਤ ਭਾਰੀ ਅਟੈਕ ਹੋ ਰਿਹਾ। ਤਾਂ ਉਹਨੂੰ ਵੀ ਮੈਂ ਐਡਵਾਈਸ ਕੀਤਾ ਵੀ ਕਿਸੇ ਵੀ ਤਰੀਕੇ ਨਾਲ ਬੇਟੀ ਨੂੰ ਜਿਹੜੀ ਅੱਜ ਤੂੰ ਬਾਹਰ ਕੱਢ। ਤਾਂ ਉਹਦੀ ਬੇਟੀ ਸਟੇਸ਼ਨ ਦੀ ਤਰਫ ਗਈ ਹੈ ਅਤੇ ਹੁਣ ਉਹਨੂੰ ਟ੍ਰੇਨ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ ਇਹ ਪਤਾ ਨਹੀਂ ਹੈ। ਤਾਂ ਪਰ ਯੂਕਰੇਨ ਦੇ ਵਿੱਚ ਜਿਹੜੀ ਐਮਬੈਸੀ ਸਿਰਫ ਐਡਵਾਈਜ਼ਰੀ ਜਾਰੀ ਕਰ ਰਹੀ ਹੈ, ਪਰ ਪਰਸਨਲੀ ਕਿਸੇ ਨੂੰ ਕੋਈ ਜਿਹੜੀ ਹੈ ਉਹ ਮਦਦ ਨਹੀਂ ਮਿਲ ਰਹੀ। ਬਾਰਡਰ ਲੰਘਣ ਤੋਂ ਬਾਅਦ ਜ਼ਰੂਰ ਮਿਲ ਰਹੀ ਹੈ, ਉਹਦਾ ਭਾਰਤ ਸਰਕਾਰ ਦਾ ਧੰਨਵਾਦ ਹੈ। ਅਤੇ ਮੈਂ ਇੱਕ ਫਿਰ ਬੇਨਤੀ ਕਰਦਾ ਕਿ ਜਿਹੜੇ ਬੱਚੇ ਇੰਡੀਆ ਆ ਰਹੇ ਹੈ ਇਹਨਾਂ ਨੂੰ ਦੁਬਾਰਾ ਵਾਪਸ ਨਾ ਭੇਜਿਆ ਜਾਵੇ। ਇਹਨਾਂ ਨੂੰ ਜਿਹੜੇ ਰਿਸਪੈਕਟਿਵ ਉਹਨਾਂ ਦੇ ਕੋਰਸ ਹੈ ਮੈਡੀਕਲ ਦੇ ਜਿਹੜੇ ਸਾਲ 'ਚ ਹੈ, ਇੰਡੀਆ 'ਚ ਹੀ ਐਡਮਿਸ਼ਨ ਦਿੱਤਾ ਜਾਵੇ। ਇੰਡੀਆ 'ਚ 1 ਲੱਖ ਸੀਟਾਂ ਹੈਗੀਆਂ ਮੈਡੀਕਲ ਦੀਆਂ, ਜੇ ਉਹਨਾਂ ਦੇ ਵਿੱਚ 15,000 ਬੱਚੇ ਜਿਹੜੇ ਹੈ ਹਰ ਕਾਲਜ ਦੇ ਵਿੱਚ 5-5 10-10 ਕਰਕੇ ਇੰਟਰ ਹੋ ਵੀ ਜਾਣਗੇ ਤਾਂ ਸਾਡੇ ਦੇਸ਼ ਨੂੰ ਕੋਈ ਫਰਕ ਨਹੀਂ ਪਊਗਾ। ਤਾਂ ਇਹ ਸਟੂਡੈਂਟ ਦਾ ਭਲਾ ਹੋਊਗਾ। 99.9% ਮਾਰਕਸ ਨੇ ਮੇਰੀ ਬੇਟੀ ਦੇ, ਲੇਕਿਨ ਫਿਰ ਵੀ ਉਹਨੂੰ ਬਾਹਰ ਜਾਣਾ ਪਿਆ ਕਿਉਂਕਿ ਸਾਡੇ ਦੇਸ਼ ਦੇ ਜਿਹੜੇ ਹਾਲਾਤ ਨੇ ਉਹ ਇੰਨੇ ਇੰਟੈਲੀਜੈਂਟ ਬ੍ਰਿਲੀਅੰਟ ਬੱਚੇ ਨੂੰ ਵੀ ਤਾਂ ਜਿਹੜਾ ਹੈਗਾ ਅਕੋਮੋਡੇਟ ਨਹੀਂ ਕਰ ਰਿਹਾ। ਸਟੂਡੈਂਟ ਜਿਹੜੇ ਉਹਨੂੰ ਮੈਡੀਕਲ ਦਾ ਕੋਰਸ ਨਹੀਂ ਦੇ ਰਿਹਾ। ਮੈਂ ਉਹਨਾਂ ਅੱਗੇ ਰਿਕੁਐਸਟ ਕਰਦਾ ਕਿ ਇਹਨਾਂ ਬੱਚਿਆਂ ਨੂੰ ਰਿਸਪੈਕਟਿਵ ਕੋਰਸ 'ਚ ਐਡਮਿਸ਼ਨ ਦੇਣ। ਮੋਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ, ਜੇ ਇਹ ਵੀ ਵਧੀਆ ਕੰਮ ਕਰ ਦੇਵੇ ਤਾਂ ਸ਼ਾਇਦ ਸਾਰੇ ਸਟੂਡੈਂਟ ਦਾ ਭਾਰਤ ਦਾ ਭਲਾ ਹੋ ਜਾਵੇ। ਮੈਮ ਤੁਹਾਡੀ ਜਦੋਂ ਲਾਸਟ ਟਾਈਮ ਬੇਟੀ ਨਾਲ ਗੱਲ ਹੁੰਦੀ ਹੈ, ਬੇਟੀਆਂ ਜਿਹੜੀਆਂ ਕਿ ਆਪਣੀ ਮਾਂ ਦੇ ਕਾਫੀ ਨਜ਼ਦੀਕ ਹੁੰਦੀਆਂ, ਪਿਤਾ ਨੂੰ ਚਾਹੇ ਕੋਈ ਦੱਸਣ ਨਾ ਦੱਸਣ ਪਰ ਮਾਵਾਂ ਨਾਲ ਜਿਹੜੀਆਂ ਗੱਲ ਖੁੱਲ੍ਹ ਕੇ ਕਰ ਲੈਣ, ਤੁਹਾਡੇ ਨਾਲ ਕੀ ਗੱਲਬਾਤ ਹੋਈ, ਕੀ ਉੱਥੋਂ ਦਾ ਮਾਹੌਲ ਸੀਗਾ ਅਤੇ ਤੁਹਾਨੂੰ ਉਹਨਾਂ ਨੇ ਕੀ ਗੱਲਾਂ ਦੱਸ ਪਾਈ ਉੱਥੋਂ ਦੀਆਂ? ਸਰ ਜਦੋਂ ਮੇਰੀ ਬੇਟੀ ਅਪਾਰਟਮੈਂਟ ਤੋਂ ਹੋਸਟਲ ਸ਼ਿਫਟ ਹੋਈ ਨਾ, ਉਹ ਸਿਚੁਏਸ਼ਨ ਮੇਰੇ ਲਈ ਬਹੁਤ ਮੁਸ਼ਕਿਲ ਦੀ। ਉਹ ਇਹ ਕਹਿ ਰਹੀ ਸੀ ਮੰਮੀ ਮੈਂ ਹੋਸਟਲ ਜਾ ਰਹੀ ਹਾਂ ਪਰ ਮੈਨੂੰ ਪਤਾ ਨਹੀਂ ਮੈਂ ਪਹੁੰਚ ਸਕੂੰਗੀ ਜਾਂ ਨਹੀਂ ਪਹੁੰਚ ਸਕੂੰਗੀ, ਕਿਉਂਕਿ ਉੱਤੇ ਬਹੁਤ ਸਾਰੇ ਫਾਈਟਰ ਜੈਟ ਘੁੰਮ ਰਹੇ ਸੀਗੇ। ਬਸ ਮੈਂ ਉਹਨੂੰ ਇਹੀ ਕਿਹਾ ਵੀ ਪਰਮਾਤਮਾ ਦਾ ਨਾਮ ਲੈ ਕੇ ਤੂੰ ਅੱਗੇ ਚੱਲਦੀ ਆ, ਆਪੇ ਤੈਨੂੰ ਪਰਮਾਤਮਾ ਜ਼ਰੂਰ ਸਹਾਰਾ ਦੇਊਗਾ, ਤੈਨੂੰ ਪਹੁੰਚਾਏਗਾ ਜ਼ਰੂਰ। ਪਰ ਉੱਥੇ ਇਹ ਹੈ ਵੀ ਸ਼ੁਕਰ ਹੈ ਰੱਬ ਦਾ ਕਿ ਉਹ ਮੇਰੀ ਬੱਚੀ ਉੱਥੇ ਪਹੁੰਚ ਗਈ। ਅਤੇ ਉਸ ਤੋਂ ਬਾਅਦ ਬਸ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਜੀ, ਉਸ ਤੋਂ ਬਾਅਦ ਜਦੋਂ ਬੱਚੀ ਫਿਰ ਬੰਕਰ 'ਚ ਰਹੀ ਉਦੋਂ ਕੀ ਸਿਚੁਏਸ਼ਨ ਸੀਗੀ। ਇੰਨੇ ਸਾਰੇ ਬੱਚੇ ਉੱਥੇ ਹੈਗੇ ਕਿ ਬੱਚੇ ਰਾਤ ਦਿਨ ਬਸ ਬੈਠੇ ਰਹਿੰਦੇ ਸੀ, ਕੋਈ ਉੱਥੇ ਲੇਟਣ ਦਾ ਨਹੀਂ ਸੀ, ਕੋਈ ਕੁਛ ਨਹੀਂ ਸੀ। ਖਾਣ ਪੀਣ ਦਾ ਵੀ ਉਵੇਂ ਦਾ ਹੀ ਸਿਸਟਮ ਸੀਗਾ ਜੀ, ਜੋ ਉਹਨਾਂ ਕੋਲ ਹੈ ਸੀ ਪਹਿਲਾਂ ਉਹ ਪ੍ਰੋਵਾਈਡ ਹੋ ਰਿਹਾ ਸੀ। ਪਰ ਬੱਚਿਆਂ ਦੇ ਉੱਤੇ ਸਫੋਕੇਸ਼ਨ ਦੇ ਨਾਲ ਹੈਡੇਕ ਹੋਏ। ਇੱਕ ਦਿਨ ਇਹ ਵੀ ਕਹਿ ਰਹੀ ਮੇਰੇ ਬਹੁਤ ਸਿਰ ਫਟ ਰਿਹਾ ਹੈ, ਵੀ ਸਾਰੀ ਰਾਤ ਮੈਂ ਸੁੱਤੀ ਨਹੀਂ। ਅਤੇ ਸਵੇਰ ਨੂੰ ਮੈਂ ਉਹਨੂੰ ਫਿਰ ਕਿਹਾ ਬੇਟਾ ਪਾਣੀ ਪੂਣੀ ਪੀ, ਆਕਸੀਜਨ ਦੀ ਕਮੀ ਹੋ ਗਈ ਅੰਦਰ, ਉਸ ਕਰਕੇ ਬਸ। ਤੇ ਬੱਚੇ ਵੀਡੀਓ ਕੋਲ ਤੁਹਾਡੀ ਗੱਲਬਾਤ ਹੋਈ, ਮਾਹੌਲ ਦੇਖਿਆ ਉੱਥੇ ਦਾ ਕੀ ਮਾਹੌਲ ਸੀਗਾ, ਕਿੱਦਾਂ ਦੇ ਹਾਲਾਤ ਸੀਗੇ? ਜਦੋਂ ਤਾਂ ਥੋੜ੍ਹੀ ਦੇਰ ਬੰਕਰ ਤੋਂ ਬਾਹਰ ਆਉਂਦੇ ਸੀ ਤਾਂ ਥੋੜ੍ਹਾ ਵੀਡੀਓ ਕਾਲ ਨਹੀਂ, ਉਦੋਂ ਵੀ ਵਟਸਐਪ ਕਾਲ ਕਰਦੇ। ਜਦੋਂ ਬੰਕਰ ਸੀ ਉਦੋਂ ਤਾਂ ਚੈਟ ਹੀ ਕਰਦੇ ਸੀਗੇ, ਉਦੋਂ ਕੋਈ ਕਾਲ ਨਹੀਂ ਕਰ ਸਕਦੇ ਸੀ ਬੱਚੇ, ਹੁੰਦੇ ਹੀ ਨਹੀਂ ਸੀ, ਨੈੱਟ ਦੀ ਬਹੁਤ ਪ੍ਰੋਬਲਮ ਸੀਗੀ। ਅਤੇ ਉਸ ਤੋਂ ਬਾਅਦ ਇਹ ਹੈਗਾ ਵੀ ਚਲੋ ਜਦੋਂ ਪਰਮਾਤਮਾ ਨੇ ਉਹਨਾਂ ਦੀ ਮਦਦ ਕੀਤੀ ਕਿ ਉਹ ਆਪਣੇ ਵਾਪਸ ਆਉਣ ਦੀ ਕੀਤੀ, ਉਦੋਂ ਸਾਨੂੰ ਥੋੜ੍ਹੀ ਰਾਹਤ ਮਿਲੀ। ਵੀ ਸ਼ੁਕਰ ਹੈ ਪਰਮਾਤਮਾ ਦਾ, ਅਸੀਂ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਵੀ ਜਿਹੜਾ ਹੈਗਾ ਸਾਡੇ ਬੱਚੇ ਨੂੰ ਸੇਫ ਹੰਗਰੀ ਬਾਰਡਰ 'ਤੇ ਪਹੁੰਚਾ ਦਿੱਤਾ। ਉਹਨੂੰ ਕੀ ਲੱਗਦਾ ਹੁਣ ਕਦ ਤੱਕ ਜਿਹੜੀ ਕਿ ਬੇਟੀ ਹੈ ਉਹ ਇੰਡੀਆ ਦਾ ਪੰਜਾਬ ਦੇ ਵਿੱਚ ਪਰਤ ਆਉਣਗੇ? ਕੋਈ ਗੱਲਬਾਤ ਹੋਈ ਹੈ ਕੋਈ ਹੁਣ ਵੀ, ਕਦੋਂ ਤੱਕ ਵਾਪਸੀ ਆਉਣਗੇ, ਕਦੋਂ ਦੀ ਫਲਾਈਟ ਉਹਨਾਂ ਦੀ? ਹਾਂਜੀ ਥੋੜ੍ਹੀ ਦੇਰ ਪਹਿਲਾਂ ਹੀ ਹੋਈ ਹੈ। ਉਹ ਇਹੀ ਕਹਿੰਦੇ ਵੀ ਅਸੀਂ ਨਾ ਹੰਗਰੀ ਉੱਥੇ ਪਹੁੰਚ ਗਏ ਹਾਂ ਅੰਦਰ ਐਮਬੈਸੀ ਦੇ, ਅਤੇ ਉਸ ਤੋਂ ਬਾਅਦ ਸਾਨੂੰ ਇਹ ਸਾਡੀ ਯਾਰ ਕੱਲ੍ਹ ਵਾਰੀ ਆਏਗੀ ਜਾਂ ਪਰਸੋਂ ਵਾਰੀ ਆਏਗੀ, ਐਮਬੈਸੀ ਵਾਲਿਆਂ ਨੇ ਇਹੀ ਉਹਨਾਂ ਨੂੰ ਕਿਹਾ ਹੈ। ਹੁਣ ਬਾਕੀ ਦੇਖੋ ਕਦੋਂ ਪਹੁੰਚਦੀ ਹੈ, ਪਰ ਇੰਨਾ ਰੱਬ ਦਾ ਸ਼ੁਕਰਗੁਜ਼ਾਰ ਹੈ ਕਿ ਉਹ ਸਹੀ ਸਲਾਮਤ ਹੈ। ਮੈਂ ਤਾਂ ਹੋਰ ਬੱਚਿਆਂ ਲਈ ਵੀ ਇਹੀ ਦੁਆ ਕਰਦੀ ਹਾਂ
ਕਿ ਸਾਰੀਆਂ ਮਾਵਾਂ ਦੇ ਬੱਚੇ ਆਪਣੀਆਂ ਮਾਵਾਂ ਕੋਲ ਠੀਕ ਠਾਕ ਪਹੁੰਚ ਜਾਣ, ਕਿਸੇ ਦੇ ਬੱਚੇ ਨੂੰ ਕੁਝ ਨਾ ਹੋਏ, ਬਸ ਇਹੀ ਪਰਮਾਤਮਾ ਅੱਗੇ ਦੁਆ ਹੈ। ਸੋ ਭਾਜੀ ਤਸਵੀਰ ਇੱਕ ਫੜੀ ਹੋਈ ਹੈ ਮੈਮ ਨੇ, ਤਸਵੀਰ ਬਾਰੇ ਦੱਸੋਗੇ ਕੀ ਹੈਗੀ ਹੈ ਤਸਵੀਰ ਇਹ? ਕਿੱਥੇ ਦੀ ਹੈ ਇਹ ਐਕਚੁਅਲੀ ਕਿ ਬੇਟੀ ਮੇਰੀ ਬਹੁਤ ਬ੍ਰਿਲੀਅੰਟ ਸੀ। ਜਦੋਂ ਉਹ 6th ਕਲਾਸ ਦੇ ਵਿੱਚ ਸੀਗੀ ਤਾਂ ਉਹਨੇ ਜਿਹੜਾ ਦੁਨੀਆ ਦਾ ਇੱਕ ਟੈਸਟ ਹੁੰਦਾ ਕੈਂਬਰਿਜ ਯੂਨੀਵਰਸਿਟੀ ਕੰਡਕਟ ਕਰਦੀ ਫॉर ਫਲੂਐਂਟ ਇੰਗਲਿਸ਼ ਸਪੀਕਿੰਗ 'ਚ, ਤਾਂ ਉਹ ਦੁਨੀਆ ਦੇ ਵਿੱਚੋਂ 2nd ਪੋਜੀਸ਼ਨ ਆਈ ਸੀ ਉਹਨੂੰ। ਤਾਂ ਉਹ ਕੈਂਬਰਿਜ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਹੈ ਉਹ ਦਿੱਲੀ ਹੈਬਿਟੇਟ ਸੈਂਟਰ ਦੇ ਵਿੱਚ ਆ ਕੇ ਉਹਨਾਂ ਨੇ ਉਹਨਾਂ ਨੂੰ ਪ੍ਰਾਈਜ਼ ਦਿੱਤਾ, ਤਾਂ ਨਾਲੇ ਉਹਨੂੰ ਇੱਕ ਸਰਟੀਫਿਕੇਟ ਦਿੱਤਾ ਹੈ ਕਿ ਜੇ ਤੁਸੀਂ 2 ਸਾਲ ਦੇ ਵਿੱਚ ਬੱਚੀ ਨੂੰ ਇੰਗਲੈਂਡ ਭੇਜ ਦਿੰਦੇ ਹੋ ਤਾਂ ਅਸੀਂ ਆਪਣੀ ਕਾਸਟ 'ਤੇ ਫ੍ਰੀ ਆਫ ਕਾਸਟ ਇਹਨੂੰ ਸਾਰੀ ਉਮਰ ਪੜ੍ਹਾਈ ਕਰਾਵਾਂਗੇ, ਜੋ ਵੀ ਕਰਾਂਗੇ। ਲੇਕਿਨ ਮੇਰੀ ਬੇਟੀ ਨੇ ਇਹ ਕਿਹਾ ਕਿ ਜੇ ਮੇਰੇ 'ਚ ਦਮ ਹੋਇਆ ਤਾਂ ਹੁਣ ਮੈਂ ਛੋਟੀ ਹਾਂ ਤਾਂ ਮੈਂ ਬਾਅਦ ਵਿੱਚ ਵੀ ਚਲੇ ਜਾਊਂਗੀ। ਪਰ ਜਿਹੜਾ ਸਾਡਾ ਇੱਥੇ ਦਾ ਮਾਹੌਲ ਹੈ, ਸਟਰਕਚਰ ਹੈ, ਬਹੁਤ ਸਾਰੀਆਂ ਰਿਜ਼ਰਵੇਸ਼ਨਸ ਹੈ, ਕੋਈ ਕੁਛ ਹੈ, ਪੈਸਾ ਹੈ, ਜਿਹੜੇ ਪ੍ਰਾਈਵੇਟ ਕਾਲਜਾਂ ਦੀ ਫੀਸ ਜ਼ਿਆਦਾ ਹੈ, ਉਹਨੂੰ ਮਜਬੂਰ ਕਰ ਦਿੱਤਾ ਕਿ ਉਹ ਇੱਕ ਬਾਰ ਯੂਰਪੀਅਨ ਕੰਟਰੀ ਦੇ ਵਿੱਚ ਪੜ੍ਹਨ ਜਾਵੇ। ਤਾਂ ਇਹੀ ਹਾਲਾਤ ਸੀਗੇ। ਬੱਚੇ ਦੇ ਮੇਰੇ 99.9% ਮਾਰਕਸ ਸੀ +2 ਦੇ ਔਰ 100% 10 CGPA ਸੀ ਮੈਟ੍ਰਿਕ 'ਚ। ਲੇਕਿਨ ਇਹ ਸਭ ਕੁਝ ਹੁੰਦੇ ਹੋਏ ਵੀ ਉਹਨੂੰ ਬਾਹਰ ਜਾਣਾ ਪਿਆ। ਬਸ ਮੇਰੀ ਇਹੀ ਹੈ ਸਰਕਾਰ ਤੋਂ ਨਿਵੇਦਨ ਕਿ ਇਹੋ ਜਿਹੇ ਇੰਟੈਲੀਜੈਂਟ ਬੱਚਿਆਂ ਨੂੰ ਤਾਂ ਕਮ ਸੇ ਕਮ ਆਪਣੇ ਦੇਸ਼ ਦੇ ਵਿੱਚ ਅਕੋਮੋਡੇਟ ਕਰ ਲੈਣਾ ਚਾਹੀਦਾ। ਸੋ ਬਿਲਕੁਲ ਪੰਜਾਬ ਦਾ ਅਗਰ ਭਾਰਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਬੱਚਿਆਂ ਦੇ ਵਿੱਚ ਜਿਹੜਾ ਕਿ ਟੈਲੈਂਟ ਹੈ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ, ਪਰ ਕੁਝ ਕਮੀਆਂ ਹੋਣ ਕਰਕੇ, ਕੁਝ ਵੀ ਨਹੀਂ ਬਹੁਤ ਸਾਰੀਆਂ ਕਮੀਆਂ ਹੋਣ ਕਰਕੇ ਜਿਹੜਾ ਕਿ ਬੱਚਿਆਂ ਨੂੰ ਆਪਣਾ ਭਵਿੱਖ ਹੈ ਉਹ ਬਾਹਰਲੇ ਮੁਲਕਾਂ ਜਾ ਕੇ ਤਰਾਸ਼ਣਾ ਪੈਂਦਾ, ਉੱਥੇ ਜਾ ਕੇ ਲੱਭਣਾ ਪੈਂਦਾ, ਕਿਉਂਕਿ ਇੱਥੇ ਬੱਚੇ ਆਪਣਾ ਭਵਿੱਖ ਸਿਕਿਉਰ ਨਹੀਂ ਜਾਣੀ ਕਿ ਸਮਝ ਪਾਉਂਦੇ। ਸੋ ਹੁਣ ਇਸੇ ਤਹਿਤ ਜਿਹੜੇ ਬੱਚੇ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਜਿਹੜੇ ਕਿ ਬੱਚੇ ਨੇ ਯੂਕਰੇਨ ਦੇ ਵਿੱਚ ਮੈਡੀਕਲ ਸਿੱਖਿਆ ਦੇ ਲਈ ਗਏ ਹੋਏ ਸਨ। ਤਾਂ ਹੁਣ ਯੁੱਧ ਦੇ ਦੌਰਾਨ ਜਿਹੜਾ ਕਿ ਸਹਿਮ ਦਾ ਮਾਹੌਲ ਹੈ ਉਹ ਸਾਰੇ ਪਾਸੇ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਸਰਕਾਰ ਦੇ ਵੱਲੋਂ, ਭਾਰਤ ਸਰਕਾਰ ਦੇ ਵੱਲੋਂ ਬੱਚਿਆਂ ਨੂੰ ਵਾਪਸ ਲਿਆਉਣ ਦੇ ਲਈ, ਔਰ ਕਾਫੀ ਹੱਦ ਤੱਕ ਜਿਹੜੇ ਕਿ ਬੱਚੇ ਨੇ ਉਹ ਵਾਪਸ ਲਿਆਂਦੇ ਵੀ ਗਏ ਨੇ। ਸੋ ਹਜੇ ਵੀ ਕਾਫੀ ਹੱਦ ਤੱਕ ਵੱਡੀ ਗਿਣਤੀ ਵਿੱਚ ਜਿਹੜੇ ਬੱਚੇ ਨੇ ਯੂਕਰੇਨ ਵਿੱਚ ਫਸੇ ਹੋਏ ਨੇ। ਸੋ ਮਾਪੇ ਨੇ ਜਿਹੜੇ ਕਿ ਵੇਟ ਕਰ ਰਹੇ ਨੇ ਕਦੋਂ ਜਿਹੜੇ ਕਿ ਬੱਚੇ ਉਹਨਾਂ ਦੇ ਪੰਜਾਬ ਅਤੇ ਘਰ ਦੇ ਵਿੱਚ ਪਰਤ ਪਾਉਣਗੇ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।